Hello everyone, welcome to Bharat IQ. This is Karan Jajoria and ਆਪਾਂ ਅੱਜ ਲੈ ਕੇ ਆਏ ਹਾਂ ਜੀ ਇੰਪੋਰਟੈਂਟ ਕੁਐਸਚਨ MCQ ਸੀਰੀਜ਼ ਇੰਡਸਟਰੀਅਲ ਪੋਲਿਸੀ ਤੇ ਐਕਸਾਈਜ਼ ਐਗਜ਼ਾਮ ਵਾਸਤੇ ਸੈਟ 2 ਜੋ ਕਿ ਆਪਣੀ ਪਹਿਲਾਂ ਵਾਲੀ ਵੀਡੀਓ ਦਾ ਕੰਟੀਨਿਊਏਸ਼ਨ ਹੈ ਤੇ ਆਪਾਂ ਸ਼ੁਰੂ ਕਰਦੇ ਹਾਂ। ਇੰਡਸਟਰੀਅਲ ਲਾਜ਼ ਐਂਡ ਐਕਟਸ ਪਹਿਲਾਂ ਆਪਾਂ ਇਹ ਪੜ੍ਹ ਲੈਂਦੇ ਹਾਂ ਕਿ ਇੰਡਸਟਰੀਜ਼ ਦੇ ਉੱਪਰ ਜਿਹੜੇ ਲਾਜ਼ ਤੇ ਐਕਟਸ ਬਣੇ ਹੋਏ ਆ ਉਹ ਕਾਹਦੇ ਵਾਸਤੇ ਬਣੇ ਹੋਏ ਆ, ਉਹਨਾਂ ਦਾ ਕੀ ਓਬਜੈਕਟਿਵ ਹੈ। ਤਾਂ ਆਪਣਾ ਪਹਿਲਾ ਕੁਐਸਚਨ ਹੈ, ਵਾਟ ਆਰ ਦੀ ਓਬਜੈਕਟਿਵਸ ਆਫ ਇੰਡਸਟਰੀਅਲ ਲਾਜ਼। ਤਾਂ ਆਪਸ਼ਨ ਏ ਹੈਗੀ ਹੈ ਜੀ, ਟੂ ਸੇਫਗਾਰਡ ਦ ਵਰਕਰਸ ਅਗੇਂਸਟ ਐਕਸਪਲੋਇਟੇਸ਼ਨ। ਆਪਸ਼ਨ ਬੀ ਹੈਗੀ ਹੈ, ਟੂ ਮੇਨਟੇਨ ਗੁੱਡ ਰਿਲੇਸ਼ਨ ਬਿਟਵੀਨ EMPLOYEES ਐਂਡ EMPLOYERS। ਆਪਸ਼ਨ ਸੀ, ਟੂ ਪ੍ਰੋਵਾਈਡ ਐਂਡ ਇੰਪਰੂਵ ਦ ਵੈਲਫੇਅਰ ਆਫ ਵਰਕਰਸ। ਆਪਸ਼ਨ ਡੀ, ਟੂ ਸੈਟਲ ਇੰਡਸਟਰੀਅਲ ਡਿਸਪਿਊਟਸ। ਜਾਂ ਆਪਸ਼ਨ ਡੀ, ਆਲ ਆਫ ਦੀਜ਼। ਤਾਂ ਇਹਦਾ ਆਨਸਰ ਹੈਗਾ ਜੀ ਆਪਸ਼ਨ ਈ, ਆਲ ਆਫ ਦੀਜ਼। ਅਤੇ ਜਿਹੜੇ ਕਿ ਆਪਣੇ ਇੰਡਸਟਰੀਅਲ ਲਾਜ਼ ਬਣੇ ਹੋਏ ਆ ਉਹਨਾਂ ਦਾ ਕੰਮ ਕੀ ਹੈ, ਉਹ ਕਾਹਦੇ ਵਾਸਤੇ ਬਣਿਆ, ਉਹਨਾਂ ਦਾ ਓਬਜੈਕਟਿਵ ਹੈਗਾ ਹੈ ਕਿ ਜਿਹੜਾ ਇੱਕ ਤਾਂ ਵਰਕਰ ਹੈ ਜੋ ਕੰਮ ਕਰ ਰਿਹਾ ਬੰਦਾ, ਉਹਦੀ ਐਕਸਪਲੋਇਟੇਸ਼ਨ ਨਾ ਹੋ, ਉਹਨੂੰ ਤਨਖਾਹ ਵੀ ਟਾਈਮ 'ਤੇ ਮਿਲੇ, ਉਹ ਤੋਂ ਜ਼ਿਆਦਾ ਕੰਮ ਵੀ ਨਾ ਕਰਾਇਆ ਜਾਵੇ। ਤਾਂ ਇੱਕ ਤਾਂ ਉਹਦੇ ਲਈ ਹੈ। ਇੱਕ ਲਾਅ ਜਿਹੜੇ ਆਪਣੇ ਬਣੇ ਹੋਏ ਆ ਉਹ ਬਣੇ ਹੋਏ ਆ ਕਿ ਗੁੱਡ ਰਿਲੇਸ਼ਨ, ਇੱਕ ਵਧੀਆ ਰਿਲੇਸ਼ਨ ਬਣਿਆ ਰਹੇ EMPLOYEES ਜਿਹੜੇ ਕੰਮ ਕਰ ਰਹੇ ਅਤੇ EMPLOYER ਜੋ ਕੰਮ ਕਰਾ ਰਿਹਾ, ਜਿਹਨੇ ਕੰਮ ਦਿੱਤਾ। ਅਤੇ ਅੱਗੇ ਹੈਗਾ ਜੀ ਉਹਨਾਂ ਦੇ ਮਤਲਬ ਜਿਹੜਾ ਵੈਲਫੇਅਰ ਲਈ ਜਿਹੜੇ ਐਕਟ ਬਣੇ ਹੋਏ ਆ। ਅਤੇ ਅਗਲਾ ਹੈਗਾ ਜੀ ਜੋ ਕਿ ਇੰਡਸਟਰੀਅਲ ਡਿਸਪਿਊਟ ਹੈ ਕੋਈ ਵੀ, ਉਹਨੂੰ ਸੈਟਲ ਕਰਨ ਲਈ ਇਹ ਲਾਜ਼ ਬਣੇ ਹੋਏ ਆ। ਤਾਂ ਮੂਵ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ 'ਤੇ ਕਿ ਜਿਹੜਾ ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ ਜੋ ਬਣੀ ਹੈ ਉਹਦਾ ਹੈੱਡਕੁਆਟਰ ਕਿੱਥੇ ਹੈ। ਤਾਂ ਜਿਹੜੀ ਆਪਣਾ ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ ਹੈ ਉਹ ਆਪਣੀ ਬਣੀ ਹੈ ਜੀ 1919 ਦੇ ਵਿੱਚ। ਅਤੇ ਇਹਦਾ ਹੈੱਡਕੁਆਟਰ ਹੈਗਾ ਜੀ ਜਨੇਵਾ, ਸਵਿਟਜ਼ਰਲੈਂਡ ਦੇ ਵਿੱਚ। ਮੂਵ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ 'ਤੇ। ਅਤੇ ਇੱਥੇ ਆਪਣੇ ਹੁਣ ਆਪਾਂ ਕੁਐਸਚਨ ਕਰਾਂਗੇ ਜੀ ਫੈਕਟਰੀਜ਼ ਐਕਟ 1948। ਇਹ ਬਹੁਤ ਹੀ ਇੰਪੋਰਟੈਂਟ ਟੋਪਿਕ ਹੈ। ਤੁਸੀਂ ਐਂ ਲਾ ਲਓ ਕਿ ਇਹ ਟੋਪਿਕ ਵਿੱਚੋਂ ਕੁਐਸਚਨ ਆਏਗਾ ਹੀ ਆਏਗਾ ਕੋਈ ਨਾ ਕੋਈ, ਮੇਰੇ ਹਿਸਾਬ ਨਾਲ, ਕਿਉਂਕਿ ਜਿੱਥੇ ਤੱਕ ਮੈਂ ਇਸ ਟੋਪਿਕ ਨੂੰ ਨੋਟਿਸ ਕੀਤਾ ਹੈ ਤਾਂ ਆਪਾਂ ਇਹੀ ਕਹਾਂਗੇ ਕਿ ਇਹਦੇ ਵਿੱਚ ਕੁਛ ਜ਼ਿਆਦਾ ਸਮਝਣ ਵਾਲਾ ਵੀ ਹੈ ਨਹੀਂ, ਸਭ ਕੁਛ ਮਤਲਬ ਯਾਦ ਕਰਨ ਵਾਲਾ ਹੀ ਹੈ ਵੈਸੇ ਤਾਂ, ਪਰ ਕੁਐਸਚਨ ਇਹਦੇ ਵਿੱਚੋਂ ਫਸ ਸਕਦਾ। ਤਾਂ ਇਹਦਾ ਪਹਿਲਾ ਕੁਐਸਚਨ ਹੈਗਾ ਜੀ, ਫਸਟ ਫੈਕਟਰੀ ਐਕਟ ਵਾਜ਼ ਇਨੈਕਟਡ ਐਨ। ਪਹਿਲਾ ਜੋ ਫੈਕਟਰੀ ਐਕਟ ਸੀ ਉਹ ਕਦੋਂ ਇਨੈਕਟ ਹੋਇਆ ਸੀ। ਤਾਂ ਉਹ ਆਪਣਾ ਇਨੈਕਟ ਹੋਇਆ ਸੀ ਜੀ 1881 ਦੇ ਵਿੱਚ। ਤਾਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ ਕਿ ਦ ਓਬਜੈਕਟਿਵ ਆਫ ਵਿਚ ਆਫ ਦ ਫੋਲੋਇੰਗ ਐਕਟ ਇਜ਼ ਟੂ ਇੰਸ਼ੋਰ ਐਡਿਕੁਏਟ ਸੇਫਟੀ ਮੇਜਰਸ ਐਂਡ ਟੂ ਪ੍ਰਮੋਟ ਦ ਹੈਲਥ ਐਂਡ ਵੈਲਫੇਅਰ ਆਫ ਦ ਵਰਕਰਸ ਇੰਪਲੋਇਡ ਇਨ ਫੈਕਟਰੀਜ਼। ਤਾਂ ਇਹਦਾ ਮਤਲਬ ਹੈਗਾ ਜੀ ਕੁਐਸਚਨ ਦਾ ਕਿ ਹੈਲਥ, ਵਰਕਰ ਦੀ ਹੈਲਥ ਅਤੇ ਉਹਨਾਂ ਦੇ ਵੈਲਫੇਅਰ ਵਾਸਤੇ ਜੋ ਓਬਜੈਕਟਿਵ ਮਤਲਬ ਜਿਹੜਾ ਐਕਟ ਹੈ, ਕਿਹੜਾ ਐਕਟ ਹੈ ਉਹ। ਤਾਂ ਇਹ ਐਕਟ ਹੈਗਾ ਜੀ ਆਪਣਾ ਫੈਕਟਰੀ ਐਕਟ 1948 ਦਾ। ਤਾਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ। ਤਾਂ ਨੈਕਸਟ ਕੁਐਸਚਨ ਹੈਗਾ ਜੀ, ਵਿਚ ਸੈਕਸ਼ਨ ਆਫ ਦ ਫੈਕਟਰੀ ਐਕਟ 1948 ਡਿਫਾਈਨਸ ਫੈਕਟਰੀ। ਫੈਕਟਰੀ ਟਰਮ ਕਿਹੜੇ ਸੈਕਸ਼ਨ 'ਚ ਡਿਫਾਈਨ ਕੀਤੀ ਗਈ ਹੈ ਫੈਕਟਰੀ ਐਕਟ ਦੇ। ਇਹ ਇੰਪੋਰਟੈਂਟ ਕੁਐਸਚਨ ਹੈ, ਤੁਹਾਨੂੰ ਯਾਦ ਕਰਨਾ ਪਏਗਾ। ਇਹ ਸਿੱਧਾ ਦਾ ਸਿੱਧਾ ਆ ਸਕਦਾ ਕੁਐਸਚਨ ਪੇਪਰ ਵਿੱਚ, ਸਿੱਧਾ ਮਿਲ ਜਾਏਗਾ ਤੁਹਾਨੂੰ ਇਹੋ ਜਿਹਾ ਕੁਐਸਚਨ, ਕੋਈ ਨਾ ਕੋਈ ਬਿਲਕੁਲ ਜ਼ਰੂਰ ਮਿਲੇਗਾ। ਤਾਂ ਇਹਦਾ ਆਨਸਰ ਹੈਗਾ ਜੀ ਸੈਕਸ਼ਨ 2 ਦਾ ਸਬ ਪਾਰਟ ਹੈਗਾ ਜੀ M। ਤਾਂ ਆਪਾਂ ਮੂਵ ਕਰਦੇ ਹਾਂ। ਆਪਾਂ ਸੈਕਸ਼ਨ ਜਿਹੜੇ ਇੰਪੋਰਟੈਂਟ ਹੈ ਜੀ ਉਹ ਮੈਂ ਸਿੱਧੇ ਲਿਖੇ ਹੋਏ ਜੀ, ਤੁਸੀਂ ਇੱਦਾਂ ਇਹਨੂੰ ਸਿੱਧਾ ਹੀ ਯਾਦ ਕਰਨਾ। ਹੁਣ ਇੰਨੇ MCQ ਕੁਐਸਚਨ ਆਪਾਂ ਬਣਾ ਨਹੀਂ ਸਕਦੇ, ਤਾਂ ਆਪਾਂ ਇਨਫੋਰਮੇਸ਼ਨ ਤੁਹਾਨੂੰ ਇੱਦਾਂ ਹੀ ਪ੍ਰੋਵਾਈਡ ਕਰਤੀ। ਤਾਂ ਜਿਹੜਾ ਆਪਾਂ ਦੇਖ ਲੈਂਦੇ ਹਾਂ ਇਹਨਾਂ ਨੂੰ। ਸੈਕਸ਼ਨ 2I ਜਿਹੜਾ ਕਿ ਵਰਕਰ ਟਰਮ ਨੂੰ ਡਿਫਾਈਨ ਕਰਦਾ ਕਿ ਵਰਕਰ ਹੁੰਦਾ ਕੀ ਹੈ। ਜੋ ਕਿ ਬੰਦਾ ਜੋ ਕਿ ਇੰਪਲੋਇਡ ਹੈ ਉਹਨੂੰ ਆਪਾਂ ਵਰਕਰ ਕਹਿ ਦਿੰਦੇ ਹਾਂ। ਸੈਕਸ਼ਨ 2N ਸਬ ਪਾਰਟ N ਜਿਹੜਾ ਉਹ ਡਿਫਾਈਨ ਕਰਦਾ ਜੀ ਟਰਮ ਓਕਿਊਪਾਇਰ ਨੂੰ। ਓਕਿਊਪਾਇਰ ਕੀ ਹੈ। ਓਕਿਊਪਾਇਰ ਇੱਕ ਤਰ੍ਹਾਂ ਨਾਲ ਆਪਾਂ ਮਾਲਿਕ ਵੀ ਕਹਿ ਸਕਦੇ ਹਾਂ, ਜਿਹਦਾ ਫੈਕਟਰੀ ਦੀ ਸਾਰੀ ਐਕਟੀਵਿਟੀਜ਼, ਗਤੀਵਿਧੀਆਂ ਉੱਤੇ ਪੂਰਾ ਕੰਟਰੋਲ ਹੋਵੇ। ਉਹ ਹੈਗਾ ਜੀ ਸੈਕਸ਼ਨ 2N ਦੇ ਵਿੱਚ। ਉਦੋਂ ਬਾਅਦ ਸੈਕਸ਼ਨ 2M ਜਿਵੇਂ ਆਪਾਂ ਪਿੱਛੇ ਪੜ੍ਹੇ ਹੀ
ਉਹ ਹੈਗਾ ਜੀ ਫੈਕਟਰੀ ਟਰਮ ਨੂੰ ਡਿਫਾਈਨ ਕਰਦਾ ਹੈ ਅਤੇ ਅੱਗੇ ਫੈਕਟਰੀ ਨੂੰ ਵੀ ਡਿਫਾਈਨ ਕਰਦਾ ਹੈ ਕਿ ਫੈਕਟਰੀ ਜਿਹਦੇ ਵਿੱਚ 10 ਜਾਂ 10 ਤੋਂ ਜ਼ਿਆਦਾ ਵਰਕਰ ਹੋਣ, ਮੈਨੂਫੈਕਚਰਿੰਗ ਪ੍ਰੋਸੈਸ ਜਿੱਥੇ ਚੱਲ ਰਿਹਾ ਹੋਵੇ, ਠੀਕ ਹੈ। ਅਤੇ ਉੱਥੇ ਆਪਾਂ ਵਿਦ ਦੀ ਏਡ ਆਫ ਪਾਵਰ, ਮਤਲਬ ਜਿੱਥੇ ਪਾਵਰ ਦਾ ਯੂਜ਼ ਹੋਵੇ, ਇਲੈਕਟ੍ਰੀਸਿਟੀ, ਮਸ਼ੀਨਰੀ ਦਾ, ਉੱਥੇ 10 ਵਰਕਰ ਹੈ ਜੀ, ਤਾਂ ਉਹਨੂੰ ਆਪਾਂ ਮੰਨਾਂਗੇ ਫੈਕਟਰੀ। ਜੇ ਉੱਥੇ 20 ਵਰਕਰ ਹੈ, ਠੀਕ ਹੈ ਜੀ, ਪਰ ਉੱਥੇ ਪਾਵਰ ਨਹੀਂ ਹੈ, ਇਲੈਕਟ੍ਰੀਸਿਟੀ ਦਾ ਕੋਈ ਕੰਮ ਨਹੀਂ ਹੈ। ਇਲੈਕਟ੍ਰੀਸਿਟੀ ਤਾਂ ਚਲੋ ਕੰਮ ਹੋਏਗਾ ਹੀ, ਮਤਲਬ ਮਸ਼ੀਨਰੀ ਵਗੈਰਾ ਦਾ ਕੋਈ ਕੰਮ ਨਹੀਂ ਹੈ, ਤਾਂ ਵਿਦਆਊਟ ਏਡ ਆਫ ਪਾਵਰ ਹੈ ਜੋ ਕਿ, ਤਾਂ ਉੱਥੇ ਆਪਣੇ 20 ਬੰਦੇ ਆ, ਤਾਂ ਉਹਨੂੰ ਵੀ ਆਪਾਂ ਫੈਕਟਰੀ ਮੰਨਾਂਗੇ ਜੀ। ਚਲੋ ਮੂਵ ਕਰਦੇ ਆਪਾਂ ਨੈਕਸਟ ਕੁਐਸਚਨ 'ਤੇ। ਅਗਲਾ ਕੁਐਸਚਨ ਹੈਗਾ ਇਹਦੇ ਕੰਸਟੀਟਿਊਸ਼ਨ ਆਫ ਸਾਈਟ ਅਪਰੇਜ਼ਲ ਕਮੇਟੀਜ਼ ਇਜ਼ ਅੰਡਰ ਦਾ, ਜਿਹੜਾ ਕਿ ਸਾਈਟ ਅਪਰੇਜ਼ਲ ਕਮੇਟੀਜ਼ ਹੈ ਉਹ ਕਿਹੜੇ ਐਕਟ ਅੰਡਰ ਬਣੀ ਹੋਈ ਹੈ? ਤਾਂ ਉਹ ਬਣੀ ਹੋਈ ਹੈ ਜੀ ਫੈਕਟਰੀਜ਼ ਐਕਟ 1948 ਦੇ ਅੰਡਰ। ਮੈਂ ਤੁਹਾਨੂੰ ਦੱਸਦਾ ਅੱਗੇ ਕਿ ਇਹ ਹੁੰਦਾ ਕੀ ਹੈ। ਤਾਂ ਜਿਹੜੀ ਸਾਈਟ ਅਪਰੇਜ਼ਲ ਕਮੇਟੀ ਹੈ ਉਹਦਾ ਕੰਮ ਕੀ ਹੈ? ਉਹ ਮੇਨਲੀ ਤੁਸੀਂ ਇੱਦਾਂ ਬਸ ਇਹਨੂੰ ਸਮਝ ਲਓ ਕਿ ਉਹਦਾ ਕੰਮ ਹੈ ਐਗਜ਼ਾਮਿਨ ਕਰਨਾ। ਕੀ ਐਗਜ਼ਾਮਿਨ ਕਰਨਾ? ਕਿਸੇ ਵੀ ਐਪਲੀਕੇਸ਼ਨ ਨੂੰ ਐਗਜ਼ਾਮਿਨ ਕਰਨਾ। ਜੇ ਆਪਾਂ ਕੋਈ ਫੈਕਟਰੀ ਸੈਟਅਪ ਕਰਨੀ ਹੈ ਜੋ ਕਿ ਹਜ਼ਾਰਡਸ ਪ੍ਰੋਸੈਸ ਇਨਵੋਲਵ ਕਰਦੀ ਹੈ, ਹਜ਼ਾਰਡਸ ਤੁਹਾਨੂੰ ਪਤਾ ਹੀ, ਕੋਈ ਵੀ ਟੌਕਸਿਕ ਸਬਸਟਾਂਸ ਵਗੈਰਾ ਜਾਂ ਕੁਛ ਵੀ ਇੱਦਾਂ ਆਪਾਂ ਕੋਈ ਫੈਕਟਰੀ ਜੇ ਬਣਾਉਣਾ ਹੈ ਜਾਂ ਇੱਦਾਂ ਦਾ, ਤਾਂ ਉਹਨੂੰ ਜੇ ਆਪਾਂ ਕੋਈ ਵੀ ਫੈਕਟਰੀ ਸੈਟਅਪ ਕਰਨੀ ਹੈ ਤਾਂ ਆਪਾਂ ਨੂੰ ਮਤਲਬ ਅਪਰੂਵਲ ਲੈਣੀ ਪਏਗੀ। ਤਾਂ ਅਪਰੂਵਲ ਆਪਾਂ ਸਿੱਧਾ ਸਰਕਾਰ ਤੋਂ ਨਹੀਂ ਮੰਗਾਂਗੇ, ਆਪਾਂ ਇਸ ਕਮੇਟੀ ਲਵੇ ਜਾਵਾਂਗੇ, ਜੋ ਕਮੇਟੀ ਨੂੰ ਆਪਾਂ ਆਪਣੀ ਐਪਲੀਕੇਸ਼ਨ ਦੇਵਾਂਗੇ। ਅਤੇ ਕਮੇਟੀ ਜਿਹੜੀ ਹੈਗੀ ਹੈ ਸਾਈਟ ਅਪਰੇਜ਼ਲ ਕਮੇਟੀ, ਇਹ ਰੈਕਮੈਂਡ ਕਰੇਗੀ ਸਟੇਟ ਗੌਰਮੈਂਟ ਨੂੰ ਕਿ ਮਤਲਬ 90 ਡੇਜ਼ ਦੇ ਅੰਡਰ 90 ਡੇਜ਼ ਦੇ ਵਿੱਚ ਕਿ ਆਪਾਂ ਨੂੰ ਅਪਰੂਵਲ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ। ਅਤੇ ਜੋ ਇਹ ਹੈਗਾ ਹੈ ਸਾਈਟ ਅਪਰੇਜ਼ਲ ਕਮੇਟੀ, ਇਹ 41A ਸੈਕਸ਼ਨ ਦੇ ਅੰਡਰ ਆਉਂਦੀ ਹੈ। 41A ਫੈਕਟਰੀਜ਼ ਐਕਟ 1948 ਦੇ। ਇਹ ਜ਼ਰੂਰ ਯਾਦ ਰੱਖਣਾ ਜੀ ਆਪਾਂ, ਇਹ ਸੈਕਸ਼ਨ ਬਹੁਤ ਇੰਪੋਰਟੈਂਟ ਹੈ ਜੀ, ਇਹ ਆ ਸਕਦਾ ਆਪਣਾ ਸਿੱਧਾ। ਤਾਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ। ਐਂਬੂਲੈਂਸ ਰੂਮ ਸ਼ੈਲ ਬੀ ਪ੍ਰੋਵਾਈਡਡ ਇਫ, ਜਿਹੜਾ ਐਂਬੂਲੈਂਸ ਰੂਮ ਹੈ ਕਿਸੇ ਫੈਕਟਰੀ ਦੇ ਵਿੱਚ, ਕਦੋਂ ਮਤਲਬ ਪ੍ਰੋਵਾਈਡ ਕੀਤਾ ਜਾਏਗਾ ਫੈਕਟਰੀ ਦੇ ਮਾਲਿਕ ਦੁਆਰਾ? ਤਾਂ ਇਹਦਾ ਆਪਣਾ ਸਿੱਧਾ ਆਨਸਰ ਹੈਗਾ ਜੀ ਕਿ 500 ਜੇ ਵਰਕਰ ਹੋਣਗੇ ਜਾਂ 500 ਤੋਂ ਵੱਧ, ਤਾਂ ਉਹਨਾਂ ਨੂੰ ਐਂਬੂਲੈਂਸ ਰੂਮ ਜਿਹੜਾ ਹੈਗਾ ਸੈਟਅਪ ਕਰਨਾ ਪਏਗਾ। ਅਤੇ ਨੈਕਸਟ ਕੁਐਸਚਨ ਹੈਗਾ ਆਪਣਾ ਫਸਟ ਏਡ ਬਾਕਸ ਕਦੋਂ ਪ੍ਰੋਵਾਈਡ ਕਰਨਾ ਪਏਗਾ? ਤਾਂ ਜੇ ਘੱਟ ਬੰਦੇ ਹੋਣਗੇ ਜੀ, ਮਤਲਬ 150 ਬੰਦੇ ਹੋਣਗੇ, ਜਿਵੇਂ ਪਿਛਲੇ 'ਚ ਆਪਾਂ ਪੜ੍ਹਿਆ ਕਿ 500 ਹੋਣਗੇ ਜੇ, ਉਦੋਂ ਇਹਨਾਂ ਨੂੰ ਐਂਬੂਲੈਂਸ ਬਾਕਸ ਮਤਲਬ ਐਂਬੂਲੈਂਸ ਰੂਮ ਪ੍ਰੋਵਾਈਡ ਕਰਨਾ ਪਏਗਾ। ਅਤੇ ਜੇ ਫਸਟ ਏਡ ਬਾਕਸਿਸ ਪ੍ਰੋਵਾਈਡ ਕਰਨਾ ਤਾਂ 150 ਬੰਦਾ ਹੀ ਚਾਹੀਦਾ ਜੀ ਆਪਾਂ ਨੂੰ, ਠੀਕ ਹੈ ਜੀ। ਤਾਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ। ਮੈਕਸੀਮਮ ਡੇਲੀ ਆਵਰਸ ਆਫ ਵਰਕ ਇਨ ਅ ਡੇ ਵਿਦ ਨੋਰਮਲ ਵੇਜ ਅਲਾਊਡ ਇਨ ਫੈਕਟਰੀਜ਼ ਇਜ਼, ਤਾਂ ਮਤਲਬ ਡੇਲੀ ਮਤਲਬ ਮੈਕਸੀਮਮ ਘੰਟੇ ਕਿੰਨਾ ਨੋਰਮਲ ਵੇਜ ਨਾਲ ਆਪਾਂ ਕਿਸੇ ਬੰਦੇ ਨੂੰ ਕੰਮ ਕਰਵਾ ਸਕਦੇ ਹਾਂ, ਇਹਦਾ ਮਤਲਬ ਹੈ ਨੋਰਮਲ ਤਨਖਾਹ ਨਾਲ, ਮਤਲਬ ਬਿਨਾਂ ਓਵਰ ਟਾਈਮ ਤੋਂ, ਕਹਿਣ ਦਾ ਮਤਲਬ ਹੈ। ਤਾਂ 9 ਘੰਟੇ ਹੈ ਜੀ ਇਹਦਾ ਆਨਸਰ। ਆਪਾਂ 9 ਘੰਟੇ ਮੈਕਸੀਮਮ ਕੰਮ ਕਰਵਾ ਸਕਦੇ ਹਾਂ ਕਿਸੇ ਤੋਂ ਨੋਰਮਲ ਤਨਖਾਹ ਦੇ ਕੇ ਉਹਨੂੰ। ਮੂਵ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ 'ਤੇ। ਪਰਸਨ ਹੂ ਹੈਜ਼ ਅਲਟੀਮੇਟ ਕੰਟਰੋਲ ਓਵਰ ਦਾ ਅਫੇਅਰਸ ਆਫ ਫੈਕਟਰੀ ਅੰਡਰ ਦਾ ਫੈਕਟਰੀ ਐਕਟ 1948, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਸੀ ਕਿ ਜਿਹੜੇ ਬੰਦਾ ਜਿਹਦਾ ਅਲਟੀਮੇਟ ਕੰਟਰੋਲ ਹੁੰਦਾ ਉਹਨੂੰ ਆਪਾਂ ਓਕਿਊਪਾਇਰ ਕਹਿੰਦੇ ਹਾਂ। ਅਤੇ ਇਹਦੇ ਵਿੱਚ ਇਹ ਬੰਦੇ ਦੇ ਅੰਡਰ ਹੁੰਦੀ ਹੈ ਫੈਕਟਰੀ, ਇਹ ਮਾਲਿਕ ਹੁੰਦਾ ਮੇਨਲੀ। ਤਾਂ ਅਗਲੇ ਕੁਐਸਚਨ 'ਤੇ ਮੂਵ ਕਰਦੇ ਹਾਂ। ਐਜ਼ ਪਰ ਫੈਕਟਰੀਜ਼ ਐਕਟ ਚਾਈਲਡ ਮੀਨਸ, ਦੇਖੋ ਚਾਈਲਡ ਆਪਾਂ ਕਿਹਨੂੰ ਕਹਾਂਗੇ? ਚਾਈਲਡ ਆਪਾਂ ਕਹਾਂਗੇ ਜਿਹਦੀ ਉਮਰ 15 ਤੋਂ ਘੱਟ ਹੈ। ਜਿਹਦੀ ਉਮਰ 15 ਤੋਂ ਵੱਧ ਹੈ, 18 ਦੇ ਵਿੱਚ ਹੈ, ਉਹਨੂੰ ਆਪਾਂ ਕਹਾਂਗੇ ਜੀ ਅਡੋਲਸੈਂਟ, ਠੀਕ ਹੈ। ਤਾਂ ਜਿਹਦੀ 18 ਤੋਂ ਵੀ ਵੱਧ ਏਜ, ਉਹਨੂੰ ਆਪਾਂ ਅਡਲਟ ਕਹਾਂਗੇ ਜੀ। ਅਤੇ ਇਹ ਫੈਕਟਰੀ ਐਕਟ ਦੇ ਅੰਡਰ ਹੈ। ਅਤੇ ਆਪਾਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ 'ਤੇ। ਦ ਮੈਕਸੀਮਮ ਪਰਮਿਸਿਬਲ ਥ੍ਰੈਸ਼ਹੋਲਡ ਲਿਮਿਟ ਆਫ ਐਕਸਪੋਜਰ ਆਫ ਕੈਮੀਕਲ ਐਂਡ ਟੌਕਸਿਕ ਸਬਸਟਾਂਸਿਸ ਇਨ ਮੈਨੂਫੈਕਚਰਿੰਗ ਪ੍ਰੋਸੈਸਿਸ in
any factory shall be of the value indicated in the dash schedule। ਇਹਦਾ ਮਤਲਬ ਕੀ ਹੈ ਜੀ? ਇਹਦਾ ਮਤਲਬ ਹੈ ਕਿ ਮੈਕਸਿਮਮ ਜਿਹੜੀ ਕਿ ਲਿਮਿਟ ਹੈ ਕਿ ਉੱਥੇ ਦੇ ਵਾਤਾਵਰਣ 'ਚ ਜਾਂ ਆਪਾਂ ਕਹਿ ਸਕਦੇ ਕਿ ਜਿਹੜਾ ਜਿਵੇਂ ਕਿ ਕੋਈ ਕੈਮੀਕਲ ਦੀ ਫੈਕਟਰੀ ਹੈ ਜਾਂ ਕੋਈ ਇੱਦਾਂ ਦੀ ਫੈਕਟਰੀ ਹੈ ਤਾਂ ਕਿੰਨਾ ਐਕਸਪੋਜਰ ਕਿ ਮਤਲਬ ਅਲਾਊਡ ਹੈਗਾ ਇੱਕ ਜਿਵੇਂ ਕਿ ਵਰਕਰ ਕੰਮ ਕਰ ਰਿਹਾ ਉਹਦੀ ਹੈਲਥ ਲਈ ਕਿੰਨਾ ਕੁ ਉਹ ਮਤਲਬ ਲਿਮਿਟ ਕਿੰਨੀ ਸੈੱਟ ਹੈ ਤਾਂ ਉਹ ਕਿਹੜੇ ਸ਼ੈਡਿਊਲ ਦੇ ਵਿੱਚ ਦਿੱਤਾ ਹੋਇਆ ਹੈ ਕਿ ਇੰਨੀ ਕੁ ਲਿਮਿਟ ਤੱਕ ਚੱਲ ਜਾਏਗਾ ਪਰ ਇੱਦੋਂ ਉੱਪਰ ਨਹੀਂ ਚੱਲੇਗਾ ਤਾਂ ਉਹਨੂੰ ਲਿਮਿਟ ਨੂੰ ਆਪਾਂ ਥ੍ਰੈਸ਼ਹੋਲਡ ਲਿਮਿਟ ਕਹਿੰਦੇ ਹਾਂ ਜੀ। ਤਾਂ ਉਹ ਸੈਕਿੰਡ ਸ਼ੈਡਿਊਲ ਦੇ ਵਿੱਚ ਦਿੱਤਾ ਹੋਇਆ ਜੀ ਫੈਕਟਰੀ ਐਕਟ ਦੇ ਕਿ ਕਿੰਨੀ ਕੁ ਲਿਮਿਟ ਤੱਕ ਐਕਸਪੋਜਰ ਮਿਲ ਸਕਦਾ ਹੈ ਮਤਲਬ ਕਿਸੇ ਕੈਮੀਕਲ ਦਾ ਅਤੇ ਉਦੋਂ ਵੱਧ ਨਹੀਂ ਹੋ ਸਕਦਾ। ਤਾਂ ਆਪਾਂ ਮੂਵ ਕਰਦੇ ਹਾਂ ਨੈਕਸਟ ਕੁਐਸ਼ਨ 'ਤੇ। ਕੁਐਸ਼ਨ ਤੋਂ ਪਹਿਲਾਂ ਆਪਾਂ ਇੰਪੋਰਟੈਂਟ ਦੇਖ ਲਈਏ ਸ਼ੈਡਿਊਲ ਕਿਹੜੇ ਆ। ਇੱਕ ਤਾਂ ਹੈਗਾ ਜੀ ਆਪਣਾ ਫਸਟ ਸ਼ੈਡਿਊਲ। ਫਸਟ ਸ਼ੈਡਿਊਲ 'ਚ ਆਪਣੀ ਇੰਡਸਟਰੀਜ਼ ਦੀ ਲਿਸਟ ਹੈ ਜੀ ਜਿਹੜੀ ਕਿ ਹਜ਼ਾਰਡਸ ਪ੍ਰੋਸੈਸਿਸ ਹੈਗੇ ਜਿਹਦੇ ਵਿੱਚ ਜੋ ਕੰਮ ਕਰਦੀ ਹੈ ਜਾਂ ਕੈਮੀਕਲ ਵਗੈਰਾ ਬਣਾਉਂਦੀ ਹੈ ਜਾਂ ਇੱਦਾਂ ਦਾ ਪੇਂਟ ਵਗੈਰਾ ਜਾਂ ਇੱਦਾਂ ਦੇ ਉਹ ਜਿਹੜੀ ਇੰਡਸਟਰੀਜ਼ ਵਗੈਰਾ ਹੈ ਉਹਨਾਂ ਦੀ ਲਿਸਟ ਹੈ ਜੀ ਫਸਟ 'ਚ। ਸੈਕਿੰਡ 'ਚ ਆਪਣੀ ਹੈਗੀ ਹੈ ਜੀ ਜਿਹੜਾ ਕਿ ਹੁਣ ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ ਕਿ ਕਿੰਨਾ ਮਤਲਬ ਪਰਮਿਸਿਬਲ ਜਿਹੜੀ ਹੈਗੀ ਹੈ ਥ੍ਰੈਸ਼ਹੋਲਡ ਲਿਮਿਟ ਹੈ ਕਿਸੇ ਕੈਮੀਕਲ ਦੀ ਉਸ ਵਰਕਿੰਗ ਜਿਹੜਾ ਇਨਵਾਇਰਮੈਂਟ ਹੈ ਉਹਦੇ ਵਿੱਚ ਕਿੰਨੀ ਕੁ ਆਪਾਂ ਲਿਮਿਟ ਜੇ ਲਿਮਿਟ ਕ੍ਰੋਸ ਨਹੀਂ ਹੋਣੀ ਚਾਹੀਦੀ ਮਤਲਬ ਉਹਨਾਂ ਨੇ ਇਹ ਸਰਕਾਰ ਦੁਆਰਾ ਨਿਰਧਾਰਿਤ ਹੈ ਲਿਮਿਟ ਵੀ ਕਿੰਨੀ ਕੁ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਬੰਦਾ ਕੰਮ ਕਰ ਸਕਦਾ ਹੈ ਜਿਹੜਾ ਵਰਕਰ ਹੈ। ਠੀਕ ਹੈ ਆਪਾਂ ਉਹਦੀ ਵੀ ਹੈਲਥ ਦੇਖਣੀ ਹੈ। ਅਤੇ ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਜੀ ਥਰਡ ਸ਼ੈਡਿਊਲ ਜੋ ਕਿ ਜਿਹਦੇ ਵਿੱਚ ਹੈਗੇ ਜੀ ਲਿਸਟ ਆਫ ਨੋਟੀਫੀਏਬਲ ਡਿਜ਼ੀਜ਼। ਉਰੇ ਗਲਤ ਲਿਖਿਆ ਹੈ ਜੀ ਨੋਟੀਫਾਈਡ ਨਹੀਂ ਹੈ ਨੋਟੀਫੀਏਬਲ ਹੈ। ਤਾਂ ਇਹ ਹੈਗਾ ਜੀ ਟੌਕਸਿਕ ਐਨੀਮੀਆ ਸਿਲਿਕੋਸਿਸ ਇਹ ਲਿਸਟ ਆਫ ਡਿਜ਼ੀਜ਼ ਹੈ। ਨੋਟੀਫੀਏਬਲ ਡਿਜ਼ੀਜ਼ ਹੁੰਦਾ ਜੀ ਜਿਹੜੀ ਕਿ ਆਪਾਂ ਨੂੰ ਗੌਰਮੈਂਟ ਨੂੰ ਅਥੋਰਿਟੀਜ਼ ਨੂੰ ਰਿਪੋਰਟ ਕਰਨਾ ਪਏਗਾ ਇਹਨਾਂ ਬਿਮਾਰੀਆਂ ਦਾ ਕਿ ਜੇ ਕਿਸੇ ਨੂੰ ਹੋ ਜਾਂਦੀ ਹੈ ਕੁਛ ਤਾਂ ਆਪਾਂ ਨੂੰ ਰਿਪੋਰਟ ਕਰਨਾ ਪਏਗਾ ਉਹਨੂੰ ਨੋਟੀਫੀਏਬਲ ਡਿਜ਼ੀਜ਼ ਕਹਿੰਦੇ ਆ ਜੀ। ਸੌਰੀ ਜੇ ਮੈਂ ਪ੍ਰੋਨਾਊਂਸ ਗਲਤ ਕਰਾਂ। ਅਤੇ ਆਪਾਂ ਮੂਵ ਕਰਦੇ ਹਾਂ ਜੀ ਨੈਕਸਟ ਕੁਐਸ਼ਨ 'ਤੇ। ਅਤੇ ਹੂ ਇਜ਼ ਐਨ ਅਡੋਲਸੈਂਟ ਐਜ਼ ਪਰ ਫੈਕਟਰੀਜ਼ ਐਕਟ 1948। ਜਿਵੇਂ ਕਿ ਮੈਂ ਤੁਹਾਨੂੰ ਪਿੱਛੇ ਦੱਸ ਹੀ ਚੁੱਕਿਆ ਜੀ ਅਡੋਲਸੈਂਟ ਆਪਾਂ ਕਹਾਂਗੇ ਜਿਹੜਾ ਬੰਦਾ 15 ਸਾਲ ਤੋਂ 18 ਸਾਲ ਦੇ ਵਿੱਚ ਹੈ 18 ਤੋਂ ਉੱਪਰ ਵਾਲੇ ਨੂੰ ਆਪਾਂ ਅਡਲਟ ਕਹਾਂਗੇ। ਤਾਂ ਆਪਾਂ ਮੂਵ ਕਰਦੇ ਹਾਂ ਨੈਕਸਟ ਕੁਐਸ਼ਨ 'ਤੇ। ਸਪੇਸ ਫॉर ਐਵਰੀ ਵਰਕਰ employed in the factory after the commencement of Factories Act 1948 should be dash cubic meters। ਇਹ ਆਪਾਂ ਨੂੰ ਸਿੱਧਾ ਯਾਦ ਕਰਨਾ ਪਏਗਾ ਜੀ ਇਹ ਸਿੱਧਾ ਕੁਐਸ਼ਨ ਮਿਲ ਸਕਦਾ ਆਪਾਂ ਨੂੰ। ਤਾਂ ਇਹ ਹੈਗਾ ਜੀ 14.2 ਕਿਊਬਿਕ ਮੀਟਰ ਜਿਹੜੀ ਕਿ ਸਪੇਸ ਅਲਾਊਡ ਸਪੇਸ ਦੇਣੀ ਪਏਗੀ ਫੈਕਟਰੀ ਵਾਲਿਆਂ ਨੂੰ ਜੋ ਕਿ ਮਤਲਬ ਓਵਰ ਕਰਾਊਡਡ ਨਹੀਂ ਕਰ ਸਕਦੇ ਆਪਾਂ ਕਿਸੇ ਫੈਕਟਰੀ 'ਚ। ਜਿੱਦਾਂ ਕਿ ਕਿਸੇ ਇਹ ਸਪੇਸ ਦੇ ਅਕੋਰਡਿੰਗ ਅਗਰ 10 ਬੰਦੇ ਹੀ ਫੈਕਟਰੀ ਦੇ ਵਿੱਚ ਜਾ ਸਕਦੇ ਆ ਤਾਂ 10 ਹੀ ਹੋਣਗੇ ਉਹ। ਇੱਦਾਂ ਨਹੀਂ ਹੈ ਕਿ ਸਰਕਾਰ ਜੇ ਉਹਨਾਂ ਨੇ ਫੈਕਟਰੀ ਨੇ ਉਦੋਂ ਵੱਧ ਓਵਰ ਕਰਾਊਡਡ ਕਰ ਰੱਖਿਆ ਤਾਂ ਉਹ ਇਲੀਗਲ ਹੈ ਕਹਿਣ ਦਾ ਮਤਲਬ ਹੈ। ਤਾਂ ਆਪਾਂ ਮੂਵ ਕਰਦੇ ਹਾਂ ਨੈਕਸਟ ਕੁਐਸ਼ਨ 'ਤੇ ਹੀ ਜੋ ਕਿ ਆਪਣਾ ਆਖਰੀ ਕੁਐਸ਼ਨ ਹੈ। ਤਾਂ ਵੈਲਫੇਅਰ ਆਫਿਸਰਸ ਆਰ ਟੂ ਬੀ ਅਪੋਇੰਟਡ ਇਫ ਔਰਗਨਾਈਜ਼ਡ ਇਜ਼ engaging or dash or more employees। ਔਰਗਨਾਈਜੇਸ਼ਨ ਆਉਣਾ ਸੀ ਜੀ ਔਰਗਨਾਈਜ਼ਡ ਨਹੀਂ ਆਉਣਾ ਸੀ ਇਹ ਗਲਤ ਲਿਖਿਆ ਹੈ ਜੀ। ਤਾਂ ਆਪਣਾ ਇਹ ਹੈਗਾ ਜੀ 500 ਜਾਂ 500 ਤੋਂ ਵੱਧ ਜੇ ਹੋਣਗੇ ਤਾਂ ਫੈਕਟਰੀ ਨੂੰ ਇੱਕ ਵੈਲਫੇਅਰ ਆਫਿਸਰ ਅਪੋਇੰਟ ਕਰਨਾ ਹੀ ਪਏਗਾ। ਅਤੇ ਆਪਾਂ ਇਸੇ ਨਾਲ ਐਂਡ ਕਰਦੇ ਹਾਂ ਜੀ ਅੱਜ ਦਾ ਲੈਕਚਰ। ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਰੋ ਜੀ ਸ਼ੇਅਰ ਕਰੋ ਅਤੇ ਆਪਾਂ ਹੋਰ ਵੀ ਵਧੀਆ ਕੁਐਸ਼ਨ ਲਿਆਉਂਦੇ ਰਹਾਂਗੇ ਜੀ ਟੋਪਿਕ ਵਾਈਜ਼। ਅਤੇ ਜੇ ਤੁਹਾਡੀ ਕੋਈ ਡਿਮਾਂਡ ਹੈ ਕਿਸੇ ਟੋਪਿਕ ਦੀ ਅੱਡ ਤੋਂ ਜਾਂ ਕੁਛ ਵੀ ਤਾਂ ਤੁਸੀਂ ਥੱਲੇ ਕਮੈਂਟ ਕਰ ਸਕਦੇ ਹੋ ਜੀ ਆਪਾਂ ਉਸ 'ਤੇ ਵੀ ਲਿਆਵਾਂਗੇ। ਅਤੇ ਬਸ ਇਸੇ ਨਾਲ ਜੀ ਥੈਂਕ ਯੂ ਗੋਡ ਬਲੈਸ ਯੂ ਆਲ।